ਅੱਜ ਆਓ ਅਸੀਂ ਸਾਨੂੰ ਕਿਸ ਪ੍ਰਤੀ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਇਸ ਵਿਸ਼ੇ ਨਾਲ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰੀਏ। ਪਹਿਲਾ ਥੈਸਲੁਨੀਕੀਆਂ ਅਧਿਆਇ 5 ਵਿੱਚ ਇਹ ਲਿਖਿਆ ਹੈ, ਹਰ ਹਾਲ ਵਿੱਚ ਧੰਨਵਾਦ ਕਰੋ। ਫਿਰ ਸਾਨੂੰ ਕਿਸ ਦਾ ਧੰਨਵਾਦ ਦੇਣਾ ਚਾਹੀਦਾ ਹੈ? ਕੀ ਕੋਈ ਅਜਿਹਾ ਨਹੀਂ ਹੋਣਾ ਚਾਹੀਦਾ ਜਿਸ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ? ਕਿਸਾਨ ਉਸ ਦਾ ਧੰਨਵਾਦ ਦੇਣਗੇ ਜੋ ਉਹਨਾਂ ਨੂੰ ਧੁੱਪ, ਮੀਂਹ ਅਤੇ ਹਵਾ ਭੇਜ ਕੇ ਭਰਪੂਰ ਫਸਲ ਦਿੰਦਾ ਹੈ। ਯੁੱਧ ਸ਼ਰਨਾਰਥੀ ਉਹਨਾਂ ਲੋਕਾਂ ਪ੍ਰਤੀ ਸ਼ੁਕਰਗੁਜ਼ਾਰ ਮਹਿਸੂਸ ਕਰਨਗੇ ਜੋ ਉਹਨਾਂ ਨੂੰ ਸੁਰੱਖਿਅਤ ਰਹਿਣ ਅਤੇ ਸੌਣ ਲਈ ਜਗ੍ਹਾ ਅਤੇ ਖਾਣ ਲਈ ਭੋਜਨ ਪ੍ਰਦਾਨ ਕਰਨ ਵਿੱਚ ਮਦਦ ਕਰ ਰਹੇ ਹਨ। ਮੌਤ ਦੀ ਸਜ਼ਾ ਪਾਉਣ ਵਾਲੇ ਕੈਦੀਆਂ ਦੇ ਮਾਮਲੇ ਵਿੱਚ ਮੇਰਾ ਮੰਨਣਾ ਹੈ ਕਿ ਉਹ ਉਸ ਵਿਅਕਤੀ ਨੂੰ ਧੰਨਵਾਦ ਦੇਣਗੇ ਜੋ ਉਹਨਾਂ ਦੇ ਪਾਪਾਂ ਨੂੰ ਮਾਫ ਕਰੇਗਾ, ਜਿਸ ਦੇ ਕਾਰਨ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣ ਵਾਲੀ ਹੈ। ਬਾਈਬਲ ਵਿੱਚ ਕਈ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਹੈ। ਅਸੀਂ ਯਹੋਸ਼ੂਆ, ਰਸੂਲ ਪੌਲੁਸ, ਦਾਊਦ, ਅਬਰਾਹਮ, ਇਸਹਾਕ, ਯਾਕੂਬ ਅਤੇ ਬਹੁਤ ਸਾਰੇ ਲੋਕਾਂ ਬਾਰੇ ਜ਼ਿਕਰ ਪਾ ਸਕਦੇ ਹਾਂ, ਹੈ ਨਾ? ਉਹ ਕਿਸ ਪ੍ਰਤੀ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਸੀ? ਆਓ ਅਸੀਂ ਉਸ ਦੇ ਵਿਸ਼ਵਾਸ ਦੇ ਕੰਮਾਂ ਦੁਆਰਾ ਇਸ ਦਾ ਜਵਾਬ ਲੱਭੀਏ। ਕਰੋਨਾ ਵਾਇਰਸ ਨਾਲ ਲੜਦੇ ਕੁਝ ਸਾਲ ਲੰਘ ਚੁੱਕੇ ਹਨ। ਸਾਨੂੰ ਕਿਸ ਦਾ ਧੰਨਵਾਦ ਕਰਨਾ ਚਾਹੀਦਾ ਹੈ? ਸਾਡੇ ਉੱਤੇ ਸਭ ਤੋਂ ਜ਼ਿਆਦਾ ਕਿਰਪਾ ਕਿਸਨੇ ਕੀਤੀ ਹੈ? ਕੀ ਅਸੀਂ ਧੰਨਵਾਦ ਦੇ ਰਹੇ ਹਾਂ ਅਤੇ ਬਦਲੇ ਵਿੱਚ ਉਹਨਾਂ ਲਈ ਕੁਝ ਕਰ ਰਹੇ ਹਾਂ? ਸਾਨੂੰ ਇਹਨਾਂ ਸਵਾਲਾਂ ਬਾਰੇ ਖੁਦ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਮੰਨ ਲਓ ਕਿ ਵਿਸ਼ੇਸ਼ ਮੌਕਿਆਂ ਉੱਤੇ ਤੁਹਾਡੇ ਗੁਆਂਢੀ ਕੁਝ ਤੋਹਫੇ ਦਿੰਦੇ ਹਨ, ਜਿਵੇਂ ਕਿ ਚੰਗਾ ਨਾਸ਼ਤਾ ਜਾਂ ਸਵਾਦ ਭੋਜਨ। ਕੀ ਤੁਹਾਨੂੰ ਲੱਗਦਾ ਹੈ ਕਿ ਤੋਹਫਾ ਪ੍ਰਾਪਤ ਕਰਨ ਤੋਂ ਬਾਅਦ ਤੁਹਾਨੂੰ ਆਪਣੇ ਗੁਆਂਢੀ ਲਈ ਕੁਝ ਨਹੀਂ ਕਰਨਾ ਚਾਹੀਦਾ ਹੈ? ਕੀ ਆਪਣੇ ਗੁਆਂਢੀ ਪ੍ਰਤੀ ਸ਼ੁਕਰਗੁਜ਼ਾਰ ਵਿਅਕਤ ਕਰਨਾ ਵਧੀਆ ਨਹੀਂ ਹੋਵੇਗਾ? ਇਹ ਸਾਡੇ ਸਮਾਜ ਵਿੱਚ ਕੁਝ ਕੁਦਰਤੀ ਹੈ। ਇਸੇ ਤਰ੍ਹਾਂ ਸਾਨੂੰ ਕਈ ਚੀਜ਼ਾਂ ਮਿਲੀਆਂ ਹਨ ਜਿਨ੍ਹਾਂ ਲਈ ਸਾਨੂੰ ਆਤਮਿਕ ਦੁਨੀਆ ਵਿੱਚ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਸ ਲਈ ਕਿ ਸਾਨੂੰ ਛੋਟੀਆਂ-ਛੋਟੀਆਂ ਗੱਲਾਂ ਨਾਲ ਵੀ ਆਪਣਾ ਸ਼ੁਕਰਗੁਜ਼ਾਰ ਵਿਅਕਤ ਨਹੀਂ ਕਰਨਾ ਚਾਹੀਦਾ। ਯਹੋਸ਼ੂਆ, ਰਸੂਲ ਪੌਲੁਸ ਅਤੇ ਦਾਊਦ, ਜਿਨ੍ਹਾਂ ਨੂੰ ਬਾਈਬਲ ਵਿੱਚ ਨਾਇਕ ਦੇ ਰੂਪ ਵਿੱਚ ਦਰਜ ਕੀਤਾ ਗਿਆ ਹੈ, ਨੇ ਆਪਣੇ ਪੂਰੇ ਜੀਵਨ ਵਿੱਚ ਕਿਸ ਨੂੰ ਧੰਨਵਾਦ ਦਿੱਤਾ? ਜਦੋਂ ਉਹਨਾਂ ਨੇ ਪਰਮੇਸ਼ਰ ਨੂੰ ਧੰਨਵਾਦ ਅਤੇ ਵਡਿਆਈ ਦਿੱਤੀ ਤਦ ਉਹ ਕਿੰਨਾ ਹਾਲਾਤਾਂ ਵਿੱਚ ਸੀ? ਆਓ ਅਸੀਂ ਯਹੋਸ਼ੂਆ ਦੀ ਕਿਤਾਬ ਅਧਿਆਇ 1 ਉੱਤੇ ਜਾ ਕੇ ਇਸ ਦਾ ਉੱਤਰ ਜਾਣੀਏ। ਯਹੋਸ਼ੂਆ ਅਧਿਆਇ 1 ਵਚਨ 1। ਯਹੋਵਾ ਦੇ ਦਾਸ ਮੂਸਾ ਦੇ ਮਰਨ ਦੇ ਪਿੱਛੋਂ ਇਉਂ ਹੋਇਆ ਕਿ ਯਹੋਵਾ ਨੇ ਮੂਸਾ ਦੇ ਸੇਵਕ ਨੂਨ ਦੇ ਪੁੱਤਰ ਯਹੋਸ਼ੂਆ ਨੂੰ ਆਖਿਆ ਕਿ ਮੇਰਾ ਦਾਸ ਮੂਸਾ ਮਰ ਗਿਆ ਹੈ, ਹੁਣ ਤੂੰ ਉੱਠ ਅਤੇ ਇਸ ਯਰਦਨ ਦੇ ਪਾਰ ਲੰਘ। ਤੂੰ ਅਤੇ ਇਹ ਸਾਰੇ ਲੋਕ ਉਸ ਦੇਸ਼ ਨੂੰ ਜਾਓ ਜਿਹੜਾ ਮੈਂ ਉਹਨਾਂ ਨੂੰ ਅਰਥਾਤ ਇਸਰਾਏਲੀਆਂ ਨੂੰ ਦਿੰਦਾ ਹਾਂ। ਸਾਰਾ ਥਾਂ ਜਿੱਥੇ ਤੇਰੇ ਪੈਰ ਦੀ ਤਲੀ ਰੱਖੀ ਜਾਵੇ ਉਹ ਸਭ ਮੈਂ ਤੁਹਾਨੂੰ ਦਿੱਤਾ, ਜਿਵੇਂ ਮੈਂ ਮੂਸਾ ਨਾਲ ਵਚਨ ਕੀਤਾ ਸੀ। ਇਹ ਆਸ਼ੀਸ਼ ਦੇ ਵਚਨ ਹਨ ਜੋ ਪਰਮੇਸ਼ਰ ਨੇ ਮੂਸਾ ਦੀ ਮੌਤ ਤੋਂ ਬਾਅਦ ਇਸਰਾਏਲੀਆਂ ਨੂੰ ਦਿੱਤੇ। ਆਓ ਅਸੀਂ ਵਚਨ 4 ਨਾਲ ਜਾਰੀ ਰੱਖੀਏ। ਉਜਾੜ ਅਤੇ ਇਸ ਲਬਾਨੋਨ ਤੋਂ ਲੈ ਕੇ ਵੱਡੀ ਨਦੀ ਤੀਕ ਜੋ ਫਰਾਤ ਦੀ ਨਦੀ ਹੈ, ਪਿੱਤੀਆਂ ਦਾ ਸਾਰਾ ਦੇਸ਼ ਸੂਰਜ ਦੇ ਲੈਣ ਦੇ ਪਾਸੇ ਵੱਡੇ ਸਮੁੰਦਰ ਤੀਕ ਤੁਹਾਡੀ ਹੱਦ ਹੋਵੇਗੀ। ਉਸ ਸਮੇਂ ਤੱਕ ਇਸਰਾਏਲੀ ਧਰਤੀ ਦੇ ਇੱਕ ਛੋਟੇ ਜਿਹੇ ਹਿੱਸੇ ਦੇ ਬਿਨਾਂ ਰਹਿੰਦੇ ਸੀ, ਜਿਸ ਨੂੰ ਉਹ ਆਪਣਾ ਕਹਿ ਸਕਦੇ ਸੀ, ਕਿਉਂਕਿ ਉਹ ਮਿਸਰ ਦੇਸ਼ ਵਿੱਚ ਜੀਵਨ ਭਰ ਗੁਲਾਮ ਰਹੇ ਸੀ। ਪਰ ਹੁਣ ਉਹ ਦੁੱਧ ਅਤੇ ਸ਼ਹਿਦ ਦੀ ਧਾਰਾ ਵਹਿਣ ਵਾਲੇ ਪਰਮੇਸ਼ਰ ਦੁਆਰਾ ਵਾਅਦੇ ਕੀਤੇ ਦੇਸ਼ ਕਨਾਨ ਵਿੱਚ ਚੱਲ ਰਹੇ ਸੀ। ਮੂਸਾ ਨਬੀ ਪਹਾੜ ਉੱਤੇ ਮਰ ਗਿਆ ਅਤੇ ਪਰਮੇਸ਼ਰ ਨੇ ਯਹੋਸ਼ੂਆ ਨੂੰ ਮੂਸਾ ਦੇ ਵਾਰਿਸ ਦੇ ਰੂਪ ਵਿੱਚ ਨਿਯੁਕਤ ਕੀਤਾ। ਬਾਅਦ ਵਿੱਚ ਉਹਨਾਂ ਨੇ ਯਹੋਸ਼ੂਆ ਨੂੰ ਆਸ਼ੀਸ਼ ਦੇ ਕਿਹੜੇ ਵਚਨ ਦਿੱਤੇ? ਆਓ ਅਸੀਂ ਵਚਨ 5 ਨੂੰ ਪੜ੍ਹ ਕੇ ਜਾਰੀ ਰੱਖੀਏ। ਤੇਰੀ ਸਾਰੀ ਅਵਸਥਾ ਵਿੱਚ ਕੋਈ ਮਨੁੱਖ ਤੇਰੇ ਸਾਹਮਣੇ ਨਾ ਆਕੜੇਗਾ। ਜਿਵੇਂ ਮੈਂ ਮੂਸਾ ਦੇ ਸੰਗ ਰਿਹਾ ਤਿਵੇਂ ਤੇਰੇ ਸੰਗ ਵੀ ਰਹਾਂਗਾ। ਮੈਂ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਤੈਨੂੰ ਤਿਆਗਾਂਗਾ। ਤਕੜਾ ਹੋ ਅਤੇ ਹੌਸਲਾ ਰੱਖ।
ਉਸ ਸਮੇਂ ਤੱਕ ਯਹੋਸ਼ੂਆ ਨੇ ਸਿਰਫ ਮੂਸਾ ਦੇ ਇੱਕ ਸਹਾਇਕ ਦੇ ਰੂਪ ਵਿੱਚ ਭੂਮਿਕਾ ਨਿਭਾਈ ਸੀ, ਪਰ ਹੁਣ ਉਸ ਨੂੰ ਪਰਮੇਸ਼ਰ ਨੇ ਇੱਕ ਮਹਾਨ ਕੰਮ ਸੌਂਪਿਆ ਸੀ। ਉਹ ਉਸ ਸਮੇਂ ਖੁਸ਼ ਹੋਇਆ ਹੋਵੇਗਾ, ਪਰ ਡਰ ਵੀ ਗਿਆ ਹੋਵੇਗਾ। ਮੈਂ ਇਹਨਾਂ ਸਾਰਿਆਂ ਲੋਕਾਂ ਨੂੰ ਦੁੱਧ ਅਤੇ ਸ਼ਹਿਦ ਦੀ ਧਾਰਾ ਵਹਿਣ ਵਾਲੇ ਕਨਾਨ ਦੇਸ਼ ਵਿੱਚ ਕਿਵੇਂ ਲਿਜਾ ਸਕਦਾ ਹਾਂ? ਜਦੋਂ ਅਸੀਂ ਕਨਾਨ ਵਿੱਚ ਪ੍ਰਵੇਸ਼ ਕਰਾਂਗੇ ਤਦ ਨਿਸ਼ਚਿਤ ਰੂਪ ਨਾਲ ਯੁੱਧ ਹੋਵੇਗਾ। ਮੈਂ ਉਹਨਾਂ ਨੂੰ ਜਿੱਤ ਵੱਲ ਕਿਵੇਂ ਅਗਵਾਈ ਕਰ ਸਕਦਾ ਹਾਂ? ਇੱਕ ਨੇਤਾ ਦੇ ਦ੍ਰਿਸ਼ਟੀਕੋਣ ਨਾਲ ਉਸ ਦੀਆਂ ਕਈ ਚਿੰਤਾਵਾਂ ਅਤੇ ਵਿਚਾਰ ਰਹੇ ਹੋਣਗੇ। ਉਹਨਾਂ ਕੋਲ ਇਹ ਕਹਿਣ ਯੋਗ ਬਹਾਦਰ ਵਿਸ਼ਵਾਸ ਸੀ, ਉਹ ਸਾਡੀ ਰੋਟੀ ਠਹਿਰਣਗੇ। ਫਿਰ ਵੀ ਉਹ ਡਰ ਗਿਆ ਸੀ। ਇਸ ਲਈ ਪਰਮੇਸ਼ਰ ਨੇ ਵਾਰ-ਵਾਰ ਇਹ ਕਹਿੰਦੇ ਹੋਏ ਉਸ ਨੂੰ ਉਤਸ਼ਾਹਿਤ ਕੀਤਾ, ਹੌਸਲਾ ਰੱਖ ਕੇ ਦ੍ਰਿੜ ਹੋ ਜਾ। ਪਰਮੇਸ਼ਵਰ ਨੇ ਉਸ ਨੂੰ ਵਾਰ-ਵਾਰ ਇਹ ਵੀ ਕਿਹਾ, ਮੈਂ ਤੈਨੂੰ ਕਦੇ ਵੀ ਨਹੀਂ ਛੱਡਾਂਗਾ, ਮੈਂ ਤੇਰੀ ਮਦਦ ਕਰਾਂਗਾ। ਅੰਤ ਵਿੱਚ ਜਿਨ੍ਹਾਂ ਇਸਰਾਈਲੀਆਂ ਕੋਲ ਆਪਣੇ ਲਈ ਧਰਤੀ ਦਾ ਇੱਕ ਛੋਟਾ ਜਿਹਾ ਹਿੱਸਾ ਵੀ ਨਹੀਂ ਸੀ, ਉਹਨਾਂ ਨੇ ਪਰਮੇਸ਼ਰ ਤੋਂ ਦੁੱਧ ਅਤੇ ਸ਼ਹਿਦ ਦੀ ਧਾਰਾ ਵਹਿਣ ਵਾਲੇ ਕਨਾਨ ਦੇਸ਼ ਨੂੰ ਵਿਰਾਸਤ ਵਿੱਚ ਪਾਇਆ। ਕਿਉਂਕਿ ਯਹੋਸ਼ੂਆ ਨੇ ਖੇਤਰਾਂ ਉੱਤੇ ਕਬਜ਼ਾ ਕਰਨ ਦੇ ਯੁੱਧ ਵਿੱਚ ਜਿੱਤ ਹਾਸਿਲ ਕਰਨਾ ਜਾਰੀ ਰੱਖਿਆ। ਉਸਨੇ ਪੂਰੀ ਤਰ੍ਹਾਂ ਪੁਸ਼ਟੀ ਕੀਤੀ ਕਿ ਪਰਮੇਸ਼ਰ ਨਿਸ਼ਚਿਤ ਰੂਪ ਨਾਲ ਉਹਨਾਂ ਦੀ ਸਹਾਇਤਾ ਕਰ ਰਹੇ ਹਨ। ਆਓ ਅਸੀਂ ਯਹੋਸ਼ੂਆ ਦੇ ਅਧਿਆਇ 10 ਉੱਤੇ ਜਾ ਕੇ ਇੱਕ ਪਲ ਨੂੰ ਦੇਖੀਏ ਜਿਸ ਵਿੱਚ ਉਸਨੇ ਇਸ ਗੱਲ ਦੀ ਪੁਸ਼ਟੀ ਕੀਤੀ। ਯਹੋਸ਼ੂਆ ਅਧਿਆਇ 10 ਵਚਨ 12। ਤਦ ਯਹੋਸ਼ੂਆ ਨੇ ਯਹੋਵਾ ਨਾਲ ਉਸ ਦਿਨ ਜਦ ਯਹੋਵਾ ਨੇ ਅਮੋਰੀਆਂ ਨੂੰ ਇਸਰਾਏਲੀਆਂ ਨੂੰ ਦੇ ਦਿੱਤਾ ਗੱਲ ਕੀਤੀ ਅਤੇ ਇਸਰਾਏਲੀਆਂ ਦੇ ਵੇਖਦਿਆਂ ਆਖਿਆ, ਹੇ ਸੂਰਜ ਗਿਬਓਨ ਉੱਤੇ ਅਤੇ ਹੇ ਚੰਦਰਮਾ ਅਯਾਲੋਨ ਦੀ ਖੱਡ ਵਿੱਚ ਠਹਿਰਿਆ ਰਹੋ। ਤਾਂ ਸੂਰਜ ਠਹਿਰ ਗਿਆ ਅਤੇ ਚੰਦਰਮਾ ਖੜਾ ਰਿਹਾ। ਜਦ ਤੱਕ ਕੌਮ ਨੇ ਆਪਣੇ ਬੈਰੀਆਂ ਤੋਂ ਵੱਟਾ ਨਾ ਲਿਆ। ਕਿ ਇਹ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ? ਸੋ ਸੂਰਜ ਆਕਾਸ਼ ਦੇ ਵਿਚਕਾਰ ਖੜਾ ਰਿਹਾ ਅਤੇ ਸਾਰੀ ਕੁ ਦਿਹਾੜੀ ਡੁੱਬਣ ਦੀ ਛੇਤੀ ਨਾ ਕੀਤੀ। ਇਸ ਤੋਂ ਅੱਗੇ ਅਥਵਾ ਪਿੱਛੇ ਅਜਿਹਾ ਦਿਨ ਕਦੀ ਨਹੀਂ ਹੋਇਆ ਕਿ ਯਹੋਵਾ ਨੇ ਮਨੁੱਖ ਦੀ ਆਵਾਜ਼ ਸੁਣੀ ਹੋਵੇ, ਕਿਉਂ ਜੋ ਯਹੋਵਾ ਇਸਰਾਏਲੀਆਂ ਲਈ ਲੜਿਆ। ਸੂਰਜ ਗਿਬਓਨ ਉੱਤੇ ਅਤੇ ਚੰਦਰਮਾ ਅਯਾਲੋਨ ਦੀ ਖੱਡ ਵਿੱਚ ਠਹਿਰਿਆ ਰਿਹਾ। ਇਸਰਾਏਲੀਆਂ ਨੇ ਦੁੱਧ ਅਤੇ ਸ਼ਹਿਦ ਦੀ ਧਾਰਾ ਵਹਿਣ ਵਾਲੇ ਕਨਾਨ ਦੇਸ਼ ਵੱਲ ਆਪਣੀ ਯਾਤਰਾ ਦੌਰਾਨ ਪਰਮੇਸ਼ਰ ਦੇ ਸ਼ਾਨਦਾਰ ਕੰਮ ਦਾ ਅਹਿਸਾਸ ਕੀਤਾ। ਇਸ ਪੂਰੇ ਬ੍ਰਹਿਮੰਡ ਵਿੱਚ ਕੀ ਕੋਈ ਹੈ ਜਿਸ ਕੋਲ ਸੂਰਜ ਨੂੰ ਰੋਕਣ ਜਾਂ ਆਕਾਸ਼ੀ ਪਿੰਡਾਂ ਨੂੰ ਕਾਬੂ ਕਰਨ ਦੀ ਸ਼ਕਤੀ ਹੈ? ਇਹ ਕਿਸੇ ਦੀ ਸ਼ਕਤੀ ਨਾਲ ਨਹੀਂ ਬਲਕਿ ਸਿਰਫ ਪਰਮੇਸ਼ਰ ਦੀ ਸ਼ਕਤੀ ਤੋਂ ਹੋ ਸਕਦਾ ਸੀ। ਉਹਨਾਂ ਨੇ ਇਸਰਾਏਲੀਆਂ ਨਾਲ ਵਾਅਦਾ ਕੀਤਾ ਸੀ, ਜਿਸ ਜਗ੍ਹਾ ਉੱਤੇ ਤੁਸੀਂ ਪੈਰ ਰੱਖੋਗੇ ਉਹ ਤੁਹਾਡੀ ਹੋਵੇਗੀ। ਯਹੋਸ਼ੂਆ ਦੀ ਕਿਤਾਬ ਦੇ ਪਹਿਲੇ ਅਧਿਆਇ ਤੋਂ ਪਰਮੇਸ਼ਰ ਨੇ ਯਹੋਸ਼ੂਆ ਨਾਲ ਵਾਅਦਾ ਕੀਤਾ, ਹੌਸਲਾ ਰੱਖ, ਮੈਂ ਤੇਰੇ ਨਾਲ ਰਹਾਂਗਾ, ਮੈਂ ਤੇਰੀ ਮਦਦ ਕਰਾਂਗਾ। ਇੱਥੇ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਯਹੋਸ਼ੂਆ ਨੇ ਪਰਮੇਸ਼ਰ ਦੇ ਵਾਅਦੇ ਦੀ ਪੂਰਤੀ ਦਾ ਅਹਿਸਾਸ ਕੀਤਾ। ਜੇਕਰ ਤੁਸੀਂ ਸਵਰਗ ਜਾਂਦੇ ਅਤੇ ਯਹੋਸ਼ੂਆ ਤੋਂ ਪੁੱਛਦੇ ਹੋ, ਧਰਤੀ ਉੱਤੇ ਰਹਿੰਦੇ ਹੋਏ ਤੁਸੀਂ ਕਿਸ ਪ੍ਰਤੀ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਸੀ? ਯਹੋਸ਼ੂਆ ਬਿਨਾਂ ਕਿਸੇ ਝਿਜਕ ਦੇ ਕਹੇਗਾ, ਮੈਂ ਪਰਮੇਸ਼ਰ ਪ੍ਰਤੀ ਬਹੁਤ ਸ਼ੁਕਰਗੁਜ਼ਾਰ ਸੀ ਕਿ ਉਹ ਪਰਮੇਸ਼ਰ ਦੀ ਸਹਾਇਤਾ ਤੋਂ ਬਿਨਾਂ ਇੰਨਾ ਵੱਡਾ ਕੰਮ ਪੂਰਾ ਕਰ ਸਕਦਾ ਸੀ। ਪਰਮੇਸ਼ਰ ਨੇ ਹਰ ਚੀਜ਼ ਦਾ ਧਿਆਨ ਰੱਖਿਆ, ਇੱਥੋਂ ਤੱਕ ਕਿ ਛੋਟੀ ਤੋਂ ਛੋਟੀ ਗੱਲ ਦਾ ਵੀ। ਜੇਕਰ ਸੂਰਜ ਡੁੱਬ ਜਾਂਦਾ ਹੈ ਅਤੇ ਰਾਤ ਜਲਦੀ ਆ ਜਾਂਦੀ, ਤਦ ਅਮੋਰੀਆਂ ਦੇ ਵਿਰੁੱਧ ਯੁੱਧ ਵਿੱਚ ਇਸਰਾਏਲੀਆਂ ਲਈ ਇਹ ਇੱਕ ਬਹੁਤ ਹੀ ਹਾਨੀਕਾਰਕ ਝਗੜਾ ਹੁੰਦਾ। ਯਹੋਸ਼ੂਆ ਦੀ ਕਿਤਾਬ ਵਿੱਚ ਇਹ ਲਿਖਿਆ ਹੈ, ਸੋ ਸੂਰਜ ਆਕਾਸ਼ ਦੇ ਵਿਚਕਾਰ ਖੜਾ ਰਿਹਾ ਅਤੇ ਸਾਰੀ ਕੁ ਦਿਹਾੜੀ ਡੁੱਬਣ ਦੀ ਛੇਤੀ ਨਾ ਕੀਤੀ। ਪਰਮੇਸ਼ਵਰ ਨੇ ਸੂਰਜ ਅਤੇ ਚੰਦਰਮਾ ਨੂੰ ਉਦੋਂ ਤੱਕ ਰੋਕਿਆ ਜਦੋਂ ਤੱਕ ਕਿ ਇਸਰਾਏਲੀਆਂ ਨੇ ਪੂਰੀ ਜਿੱਤ ਪ੍ਰਾਪਤ ਨਹੀਂ ਕਰ ਲਈ। ਯਹੋਸ਼ੂਆ ਅਤੇ ਇਸਰਾਏਲੀਆਂ ਨੇ ਇਸ ਚਮਤਕਾਰ ਨੂੰ ਦੇਖਿਆ ਜੋ ਇੰਨਾ ਸ਼ਾਨਦਾਰ ਸੀ ਅਤੇ ਉਹਨਾਂ ਨੇ ਪਰਮੇਸ਼ਰ ਨੂੰ ਧੰਨਵਾਦ ਅਤੇ ਵਡਿਆਈ ਦਿੱਤੀ। ਸਾਰੇ ਲੋਕੋ, ਜਦੋਂ ਤੁਸੀਂ ਯਹੋਸ਼ੂਆ ਨੂੰ ਮਿਲੋ ਤਦ ਕਿਰਪਾ ਉਸ ਨੂੰ ਪੁੱਛੋ, ਤੁਸੀਂ ਕਿਸ ਪ੍ਰਤੀ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਸੀ? ਉਹ ਨਿਸ਼ਚਿਤ ਰੂਪ ਨਾਲ ਇਸ ਪ੍ਰਕਾਰ ਜਵਾਬ ਦੇਣਗੇ, ਬੇਸ਼ੱਕ ਮੈਂ ਪਰਮੇਸ਼ਰ ਪ੍ਰਤੀ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਸੀ।
ਇੱਥੋਂ ਤੱਕ ਕਿ ਜਦੋਂ ਰਸੂਲ ਪੌਲਸ ਨੇ, ਜਿਸ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ, 39 ਕੋੜੇ ਖਾਦੇ, ਫਿਰ ਵੀ ਉਸਨੇ ਸੰਤਾਂ ਨੂੰ ਵਾਰ-ਵਾਰ ਕਿਸ ਨੂੰ ਧੰਨਵਾਦ ਦੇਣ ਦਾ ਆਦੇਸ਼ ਦਿੱਤਾ। 성도들에게 계속 지도를 ਉਸਨੇ ਉਹਨਾਂ ਨੂੰ ਲਗਾਤਾਰ ਪਰਮੇਸ਼ਰ ਨੂੰ ਧੰਨਵਾਦ ਦੇਣਾ ਸਿਖਾਇਆ। 해야 된다는 걸 계속 알려 ਉਸਨੇ ਉਹਨਾਂ ਨੂੰ ਸਿਖਾਇਆ ਕਿ ਸਾਨੂੰ ਹਮੇਸ਼ਾ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ। ਅਜਿਹਾ ਇਸ ਲਈ ਸੀ ਕਿਉਂਕਿ ਰਸੂਲ ਪੌਲਸ ਨੇ ਕਿਸੇ ਹੋਰ ਤੋਂ ਵਧੀਆ ਸਮਝਿਆ ਕਿ ਅਸੀਂ ਪਾਪੀ ਹਾਂ ਜਿਨ੍ਹਾਂ ਨੇ ਸਵਰਗ ਵਿੱਚ ਪਾਪ ਕੀਤਾ ਹੈ। ਉਸਨੇ ਇਮਾਨਦਾਰ ਵਿਸ਼ਵਾਸ ਵਾਲੇ ਵਿਅਕਤੀ ਸਤੀਫਨ ਨੂੰ ਮਾਰਨ ਵਿੱਚ ਅਗਵਾਈ ਕਰਨ ਲਈ ਪਛਤਾਪ ਦਾ ਜੀਵਨ ਬਿਤਾਇਆ। 자기가 죽이는 ਇਸਨੇ ਇਸ ਪਾਪੀ ਭਾਵਨਾ ਨੂੰ ਜੀਵਨ ਭਰ ਆਪਣੇ ਨਾਲ ਰੱਖਿਆ। 이런 것을 늘 갖고 평생을 살았어. ਉਹ ਇਸ ਗੱਲ ਤੋਂ ਜਾਗਰੂਕ ਸੀ ਕਿ ਉਹ ਆਤਮਿਕ ਦੁਨੀਆ ਵਿੱਚ ਅਤੇ ਭੌਤਿਕ ਦੁਨੀਆ ਵਿੱਚ ਇੱਕ ਗੰਭੀਰ ਪਾਪੀ ਸੀ। 자기가 한 옳지 못한 ਜਦੋਂ ਉਹ ਯਹੂਦੀ ਧਰਮ ਸੀ ਤਦ ਉਸਨੇ ਪਰਮੇਸ਼ਰ ਦੇ ਲੋਕਾਂ ਨੂੰ ਯਹੂਦੀ ਧਰਮ ਦੇ ਦ੍ਰਿਸ਼ਟੀਕੋਣ ਨਾਲ ਦੇਖਿਆ, ਇਸ ਲਈ ਉਸਨੇ ਉਹਨਾਂ ਨੂੰ ਕੁਧਰਮੀ ਮੰਨਿਆ। 기 때문에 이단처럼 보였고 ਉਸ ਸਮੇਂ ਉਸਨੂੰ ਲੱਗਿਆ ਕਿ ਉਹ ਸਹੀ ਕਰ ਰਿਹਾ ਹੈ, 느껴져서 ਪਰ ਸੱਚਾਈ ਨੂੰ ਪ੍ਰਾਪਤ ਕਰਨ ਤੋਂ ਬਾਅਦ ਉਸਨੇ ਮਹਿਸੂਸ ਕੀਤਾ ਕਿ ਉਸਨੇ ਜੋ ਕੁਝ ਕੀਤਾ ਉਹ ਪਰਮੇਸ਼ਰ ਦੀ ਇੱਛਾ ਦੇ ਵਿਰੁੱਧ ਹੈ। ਇਹ ਜਾਣਨ ਤੋਂ ਬਾਅਦ ਉਸਨੇ ਆਪਣੇ ਬਾਰੇ ਕੀ ਕਿਹਾ? 개인 중에 ਉਸਨੇ ਕਿਹਾ, ਮੈਂ ਸਾਰੇ ਪਾਪੀਆਂ ਵਿੱਚੋਂ ਮਹਾਪਾਪੀ ਹਾਂ। ਪਹਿਲਾ ਤਿਮੋਥੀਉਸ ਅਧਿਆਇ 1:15। 하나님께서 ਪਰਮੇਸ਼ਰ ਨੇ ਉਸ ਨੂੰ ਬੁਲਾਇਆ 구원 주시고 ਅਤੇ ਉਸ ਨੂੰ ਮੁਕਤੀ, ਪਾਪਾਂ ਦੀ ਮਾਫੀ ਅਤੇ ਸਦੀਪਕ ਸਵਰਗ ਦੇ ਰਾਜ ਦੀ ਆਸ ਦਿੱਤੀ। 소망까지 주시니 ਜੇਕਰ ਤੁਸੀਂ ਰਸੂਲ ਪੌਲਸ ਤੋਂ ਪੁੱਛੋ ਤੁਸੀਂ ਕਿਸ ਪ੍ਰਤੀ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਹੋ, 한다면 ਤਦ ਉਹ ਬਿਨਾਂ ਕਿਸੇ ਝਿਜਕ ਦੇ ਕਹੇਗਾ ਉਹ ਪਰਮੇਸ਼ਵਰ ਹਨ। 것입니다. ਭਾਵੇਂ ਮੈਂ ਕਈ ਵਾਰ 39 ਕੋੜੇ ਖਾਦੇ, 또 수도 ਜਾਗਦਾ ਅਤੇ ਬਿਨਾਂ ਭੋਜਨ ਦੇ ਰਿਹਾ 하고 헐벗고 ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਸਮੇਂ ਨੰਗਾ ਰਿਹਾ, 속에 복음의 ਪਰ 말씀을 전했지만 ਅਜਿਹੀ ਮਿਹਨਤ ਅਤੇ ਸਾਰੇ ਕਸ਼ਟ ਜੋ ਮੈਂ ਝੱਲੇ ਹਨ ਕੁਝ ਵੀ ਨਹੀਂ ਹੈ। ਪਰਮੇਸ਼ਵਰ ਨੇ ਮੈਨੂੰ ਮੇਰੇ ਪਾਪਾਂ ਤੋਂ ਮੁਕਤ ਕੀਤਾ ਹੈ, ਭਾਵੇਂ ਮੈਂ ਸਾਰੇ ਪਾਪੀਆਂ ਵਿੱਚੋਂ ਸਭ ਤੋਂ ਵੱਡਾ ਹਾਂ, ਅਤੇ ਉਹਨਾਂ ਨੇ ਮੇਰੇ ਲਈ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਕਿਰਪਾ ਦਾ ਦਰਵਾਜ਼ਾ ਖੋਲ੍ਹਿਆ ਹੈ। ਜੇਕਰ ਪਰਮੇਸ਼ਰ ਨੇ ਅਜਿਹਾ ਨਹੀਂ ਕੀਤਾ ਹੁੰਦਾ ਤਦ ਮੈਨੂੰ ਨਰਕ ਵਿੱਚ ਭੇਜ ਦਿੱਤਾ ਜਾਂਦਾ ਅਤੇ ਮੈਂ ਹੋਰ ਲੋਕਾਂ ਦੀ ਤੁਲਨਾ ਵਿੱਚ 1000 ਗੁਣਾ ਜ਼ਿਆਦਾ ਭਿਆਨਕ ਦਰਦ ਅਤੇ ਪੀੜਾ ਵਿੱਚ ਰਹਿੰਦਾ, ਕਿਉਂਕਿ ਮੈਂ ਸਾਰੇ ਪਾਪੀਆਂ ਵਿੱਚੋਂ ਸਭ ਤੋਂ ਵੱਡਾ ਹਾਂ। ਭਾਵੇਂ ਰਸੂਲ ਪੌਲਸ ਨੇ ਕਈ ਵਾਰ 39 ਕੋੜੇ ਖਾਦੇ, ਉਹ ਨੰਗਾ ਸੀ ਅਤੇ ਭੁੱਖਾ ਸੀ, ਫਿਰ ਵੀ ਉਸਨੇ ਪਰਮੇਸ਼ਰ ਨੂੰ ਧੰਨਵਾਦ ਦਿੰਦੇ ਹੋਏ ਆਪਣੇ ਮਿਸ਼ਨ ਨੂੰ 최선의 ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ। 감사했습니다. ਦਮਿਸ਼ਕ ਦੇ ਰਸਤੇ ਉੱਤੇ ਉਸਨੇ ਇੱਕ ਆਵਾਜ਼ ਸੁਣੀ, ਹੇ ਸ਼ਾਉਲ, ਹੇ ਸ਼ਾਉਲ। ਉਸਨੇ ਪੁੱਛਿਆ, ਹੇ ਪ੍ਰਭੂ ਤੂੰ ਕੌਣ ਹੈ? ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਂਦਾ ਹੈ। 이 ਜੇਕਰ ਰਸੂਲ ਪੌਲਸ ਨੇ ਇਹ ਆਵਾਜ਼ ਨਾ ਸੁਣੀ ਹੁੰਦੀ ਤਦ ਉਸਦਾ ਕੀ ਹੁੰਦਾ? 어떻게 됐겠느냐 이겁니다. ਉਹ ਭਿਆਨਕ ਦਰਦ ਝੱਲਦੇ ਹੋਏ ਅੱਗ ਦੀ ਭੱਠੀ ਵਿੱਚ ਜੁਗੋ ਜੁਗ ਤੜਫਦਾ ਰਹਿੰਦਾ, 세세 ਜਿਸ ਦੀ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। 보면서 살았을 것 ਉਹ ਕਿੰਨਾ ਸ਼ੁਕਰਗੁਜ਼ਾਰ ਹੋਇਆ ਹੋਵੇਗਾ। 얼마나 감사합니까? ਸਾਰੇ ਲੋਕੋ, ਅਸੀਂ ਕਿਸ ਪ੍ਰਤੀ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਹਾਂ? 누구실까? ਜਿਸ ਪ੍ਰਤੀ ਅਸੀਂ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਹਾਂ, 고마우신 ਸਾਡੇ ਲਈ ਉਸ ਦਾ ਬਦਲਾ ਭੁਗਤਾਨ ਦਾ ਤਰੀਕਾ ਕੀ ਹੈ? 과연 그 감사의 ਆਓ 마음을 ਅਸੀਂ ਉਸ ਤਰ੍ਹਾਂ ਦੇ ਲੋਕ ਬਣੀਏ 생각 ਜੋ ਹਮੇਸ਼ਾ ਇਸ ਬਾਰੇ ਸੋਚਦੇ ਹਨ। 여러분과 제가 꼭 되셔야 되겠습니다. ਆਓ ਅਸੀਂ ਦੂਸਰਾ ਥੈਸਲੋਨੀਕੀਆ ਅਧਿਆਇ 2 ਉੱਤੇ ਜਾਈਏ। ਅਧਿਆਇ 2:13 ਕਹਿੰਦਾ ਹੈ, 13절의 말씀 보시면 ਪਰ ਹੇ ਭਰਾਵੋ, ਪ੍ਰਭੂ ਦੇ ਪਿਆਰਿਓ, ਸਾਨੂੰ ਚਾਹੀਦਾ ਹੈ ਜੋ ਤੁਹਾਡੇ ਲਈ ਸਦਾ ਪਰਮੇਸ਼ਰ ਦਾ ਧੰਨਵਾਦ ਕਰੀਏ, 하나님께 ਇਸ ਕਰਕੇ ਜੋ ਪਰਮੇਸ਼ਰ ਨੇ ਆਦ ਤੋਂ ਹੀ ਤੁਹਾਨੂੰ ਚੁਣ ਲਿਆ, 너희를 택하사 ਭਾਈ ਤੁਹਾਨੂੰ ਆਤਮਾ ਤੋਂ ਪਵਿੱਤਰ ਹੋਣ ਨਾਲ ਅਤੇ ਸੱਚ ਨੂੰ ਮੰਨਣ ਨਾਲ ਮੁਕਤੀ ਹੱਥ ਆਵੇ, 구원을 얻게 ਜਿਹਦੇ ਲਈ ਉਸਨੇ ਤੁਹਾਨੂੰ ਸਾਡੀ ਖੁਸ਼ਖਬਰੀ ਦੇ ਰਾਹੀਂ ਸੱਦਿਆ, 부르사 ਭਾਈ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਪ੍ਰਾਪਤ ਹੋਵੇ। 얻게 하려 하심이라 했습니다. ਆਦ ਤੋਂ ਪਰਮੇਸ਼ਰ ਨੇ ਸਾਨੂੰ ਚੁਣਿਆ 그 영광 ਅਤੇ ਯਿਸੂ ਮਸੀਹ ਦੀ ਵਡਿਆਈ ਵਿੱਚ ਹਿੱਸਾ ਲੈਣ ਲਈ ਸੱਚਾਈ ਵਿੱਚ ਬੁਲਾਇਆ। 우리를 택 ਇਸ ਲਈ ਸਾਨੂੰ ਇਸ ਦੁਨੀਆ ਦੇ ਸਾਰੇ ਲੋਕਾਂ ਦੀ ਤੁਲਨਾ ਵਿੱਚੋਂ ਜ਼ਿਆਦਾ ਧੰਨਵਾਦ ਦੇਣਾ ਚਾਹੀਦਾ ਹੈ ਨਾ? 감사를 드려야 될 자들이 바로 우리가 아니에요. ਪਰ ਪਰਮੇਸ਼ਰ ਦਾ ਧੰਨਵਾਦ ਦੇਣ ਦੇ ਬਜਾਏ ਅਸੀਂ ਆਸਾਨੀ ਨਾਲ ਪਰੇਸ਼ਾਨ ਹੋ ਜਾਂਦੇ ਹਾਂ 하고 작은 ਅਤੇ ਇਹ ਕਹਿੰਦੇ ਹੋਏ ਛੋਟੀਆਂ-ਛੋਟੀਆਂ ਗੱਲਾਂ ਬਾਰੇ ਸ਼ਿਕਾਇਤ ਕਰਦੇ ਹਾਂ, 하고 ਤੁਸੀਂ ਮੈਨੂੰ ਇੰਨਾ ਘੱਟ ਕੰਮ ਕਿਉਂ ਦਿੰਦੇ ਹੋ ਜਦ ਕਿ ਤੁਸੀਂ ਦੂਸਰਿਆਂ ਨੂੰ ਬਹੁਤ ਜ਼ਿਆਦਾ ਦਿੰਦੇ ਹੋ? 이렇게 작게 주시면 ਤੁਸੀਂ ਮੈਨੂੰ ਇਸ ਤਰ੍ਹਾਂ ਦਾ ਦੁੱਖ ਕਿਉਂ ਦਿੰਦੇ ਹੋ ਜਦ ਕਿ ਤੁਸੀਂ ਦੂਸਰਿਆਂ ਨੂੰ ਇੰਨਾ ਆਰਾਮਦਾਇਕ ਜੀਵਨ ਦਿੰਦੇ ਹੋ? 이런 고난을 주십니까? ਸਾਰੇ ਲੋਕੋ, ਸਾਡੇ ਵਿੱਚੋਂ ਹਰੇਕ ਇੱਕ ਅਲੱਗ ਭੂਮਿਕਾ ਨਿਭਾਉਂਦਾ ਹੈ। 자는 전부
역할이 ਅਜਿਹੇ ਮੈਂਬਰ ਹਨ ਜਿਨ੍ਹਾਂ ਨੂੰ ਮਜ਼ਬੂਤ ਬਣਨ ਲਈ ਮੁਸ਼ਕਿਲਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਅਜਿਹੇ ਮੈਂਬਰ ਹਨ ਜਿਨ੍ਹਾਂ ਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਹ ਕਮਜ਼ੋਰ ਅਤੇ ਨਿਰਬਲ ਹੁੰਦੇ ਹਨ। 우리 ਸਾਡੇ ਸਰੀਰ ਲਈ ਵੀ ਅਜਿਹਾ ਹੀ ਹੈ। ਬਾਹਾਂ ਅਤੇ ਪੈਰਾਂ ਵਰਗੇ ਸਰੀਰ ਦੇ ਅੰਗਾਂ ਨੂੰ ਮਜ਼ਬੂਤ ਮਾਸਪੇਸ਼ੀਆਂ ਦੀ ਜ਼ਰੂਰਤ ਹੁੰਦੀ ਹੈ, ਪਰ ਕੀ ਸਰੀਰ ਦੇ ਕੁਝ ਅਜਿਹੇ ਅੰਗ ਨਹੀਂ ਹਨ ਜਿਨ੍ਹਾਂ ਨੂੰ ਮਜ਼ਬੂਤ ਮਾਸਪੇਸ਼ੀਆਂ ਦੀ ਜ਼ਰੂਰਤ ਨਹੀਂ ਹੁੰਦੀ? 뭐 눈동자라든가 ਸਰੀਰ ਦੇ ਕੁਝ ਹਿੱਸਿਆਂ ਜਿਵੇਂ ਪੁਤਲੀ ਵਿੱਚ ਮਜ਼ਬੂਤ ਮਾਸਪੇਸ਼ੀਆਂ ਦੇ ਬਜਾਏ ਨਾਜ਼ੁਕ ਨਸਾਂ ਇਕੱਠੀਆਂ ਹੁੰਦੀਆਂ ਹਨ। 부분이기도 합니다. ਸਾਡੇ ਭੌਤਿਕ ਸਰੀਰਾਂ ਵਾਂਗ 하듯이 ਕੁਝ ਮੈਂਬਰ ਅਜਿਹੇ ਹਨ ਜਿਨ੍ਹਾਂ ਨੂੰ ਸਖਤੀ ਨਾਲ ਸ਼ੁੱਧ ਕਰਨ ਦੀ ਜ਼ਰੂਰਤ ਹੈ 강하게 ਅਤੇ ਅਜਿਹੇ ਮੈਂਬਰ ਵੀ ਹਨ ਜੋ ਇੱਕ ਵੱਖਰੀ ਭੂਮਿਕਾ ਨਿਭਾਉਂਦੇ ਹਨ 어떤 ਅਤੇ ਉਹਨਾਂ ਨੂੰ ਨਾਜ਼ੁਕ ਢੰਗ ਨਾਲ ਸੰਭਾਲਣ ਦੀ ਜ਼ਰੂਰਤ ਹੁੰਦੀ ਹੈ। 해야 될 식구들도 다 ਪਰਮੇਸ਼ਵਰ ਸਾਡੇ ਵਿੱਚੋਂ ਹਰੇਕ ਨੂੰ ਸਾਡੀ ਜ਼ਰੂਰਤ ਦੇ ਅਨੁਸਾਰ ਵੱਖ-ਵੱਖ ਹਾਲਾਤਾਂ ਵਿੱਚ ਰੱਖਦੇ ਹਨ। ਉਹ ਅੰਤ ਵਿੱਚ ਸਾਡੀ ਅਗਵਾਈ ਕਿੱਥੇ ਕਰਨਗੇ? ਪਰਮੇਸ਼ਵਰ ਦੀ ਇੱਛਾ ਸਾਨੂੰ ਸਦੀਪਕ ਸਵਰਗ ਦੇ ਰਾਜ ਵਿੱਚ ਲਿਜਾਣਾ ਹੈ। 시기 때문에 ਇਸ ਲਈ ਸਾਨੂੰ ਹਮੇਸ਼ਾ ਹਰ ਗੱਲ ਵਿੱਚ ਪਰਮੇਸ਼ਵਰ ਦਾ ਧੰਨਵਾਦ ਕਰਨਾ ਚਾਹੀਦਾ ਹੈ। ਜਿਵੇਂ ਕਿ ਰਸੂਲ ਪੌਲਸ ਨੇ ਕਿਹਾ, 주의 사랑하는 ਪਰ ਹੇ ਭਰਾਵੋ, ਪ੍ਰਭੂ ਦੇ ਪਿਆਰਿਓ, ਸਾਨੂੰ ਚਾਹੀਦਾ ਹੈ ਜੋ ਤੁਹਾਡੇ ਲਈ ਸਦਾ ਪਰਮੇਸ਼ਵਰ ਦਾ ਧੰਨਵਾਦ ਕਰੀਏ, ਇਸ ਕਰਕੇ ਜੋ ਪਰਮੇਸ਼ਵਰ ਨੇ ਆਦ ਤੋਂ ਹੀ ਤੁਹਾਨੂੰ ਚੁਣ ਲਿਆ। ਅਜਿਹੇ ਲੋਕ ਹਨ ਜੋ ਪੈਰ ਦੀ ਭੂਮਿਕਾ ਨਿਭਾਉਂਦੇ ਹਨ। 강하게 만들어 ਇਸ ਲਈ ਪਰਮੇਸ਼ਵਰ ਸ਼ੁੱਧ ਹੋਣ ਦੀ ਪ੍ਰਕਿਰਿਆ ਦੁਆਰਾ ਉਹਨਾਂ ਨੂੰ ਸ਼ਕਤੀਸ਼ਾਲੀ ਬਣਾਉਂਦੇ ਹਨ। 사람도 있고 ਭਾਈ ਤੁਹਾਨੂੰ ਆਤਮਾ ਤੋਂ ਪਵਿੱਤਰ ਹੋਣ ਨਾਲ ਅਤੇ ਸੱਚ ਨੂੰ ਮੰਨਣ ਨਾਲ ਮੁਕਤੀ ਹੱਥ ਆਵੇ, ਪਿਆਰੇ ਆਸ਼ਿਮਿਨੀ ਜਿਹਦੇ ਲਈ ਉਸਨੇ ਤੁਹਾਨੂੰ ਸਾਡੀ ਖੁਸ਼ਖਬਰੀ ਦੇ ਰਾਹੀਂ ਸੱਦਿਆ। ਭਾਈ ਤੁਹਾਨੂੰ ਸਾਡੇ ਪ੍ਰਭੂ ਯੀਸ਼ੂ ਮਸੀਹ ਦੀ ਮਹਿਮਾ ਪ੍ਰਾਪਤ ਹੋਵੇ। ਇਹ ਪਰਮੇਸ਼ਵਰ ਦੀ ਇੱਛਾ ਹੈ। 그리스도께서 ਸਵਰਗ ਦੇ ਰਾਜ ਵਿੱਚ ਮਸੀਹ ਦੀ ਵਡਿਆਈ ਕਿੰਨੀ ਮਹਾਨ ਹੈ। 위치하고 계십니다. ਇਹ ਪਰਮੇਸ਼ਵਰ ਦੀ ਇੱਛਾ ਹੈ ਕਿ ਅਸੀਂ ਸਾਰੇ ਉਹਨਾਂ ਦੀ ਮਹਾਨ ਵਡਿਆਈ ਵਿੱਚ ਹਿੱਸਾ ਲਈਏ। ਇਸ ਲਈ ਸਾਨੂੰ ਪਰਮੇਸ਼ਵਰ ਨੂੰ ਧੰਨਵਾਦ ਦੇਣ ਦੇ ਬਜਾਏ ਬੁੜਬੁੜਾਣਾ ਨਹੀਂ ਚਾਹੀਦਾ ਅਤੇ ਨਾ ਹੀ ਸਾਨੂੰ ਛੋਟੀਆਂ-ਛੋਟੀਆਂ ਗੱਲਾਂ ਉੱਤੇ ਕੋਈ ਗਲਤ ਧਾਰਨਾ ਜਾਂ ਸ਼ਿਕਾਇਤ ਕਰਨੀ ਚਾਹੀਦੀ ਹੈ। 어떤 우리가 되어서는 안 되더라는 것입니다. ਹਰ ਦਿਨ ਸਾਨੂੰ ਪਰਮੇਸ਼ਵਰ ਦੀ ਉਸ ਕਿਰਪਾ ਬਾਰੇ ਸੋਚਣਾ ਚਾਹੀਦਾ ਜੋ ਅਸੀਂ ਹੁਣ ਪ੍ਰਾਪਤ ਕਰ ਰਹੇ ਹਾਂ 받은 어떤 은혜 ਅਤੇ ਉਹ ਕਿਰਪਾ ਕਿੰਨੀ ਕੀਮਤੀ ਅਤੇ ਸ਼ਾਨਦਾਰ ਹੈ। 날마다 생각할 줄 ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ, ਪਿਤਾ ਅਤੇ ਮਾਤਾ ਲਈ ਮੈਂ ਕੀ ਕਰ ਸਕਦਾ ਹਾਂ? ਉਹਨਾਂ ਨੂੰ ਖੁਸ਼ ਕਰਨ ਲਈ ਮੈਂ ਕੀ ਕਰ ਸਕਦਾ ਹਾਂ? ਮੈਂ ਉਹਨਾਂ ਦੀ ਵਡਿਆਈ ਕਿਵੇਂ ਕਰ ਸਕਦਾ ਹਾਂ? 나는 ਮੇਰੇ ਪਾਪਾਂ ਦੇ ਕਾਰਨ ਮੇਰਾ ਮਰਨਾ ਅਤੇ ਸਦਾ ਲਈ ਨਰਕ ਵਿੱਚ ਦੁਖੀ ਹੋਣਾ ਸਥਿਰ ਸੀ। 받아야 될 ਕੀ ਰੋਮੀਆਂ ਅਧਿਆਇ 6 ਵਚਨ 23 ਵਿੱਚ ਇਸ ਦਾ ਜ਼ਿਕਰ ਨਹੀਂ ਹੈ? 23절에서 ਕੀ ਇਹ ਵਚਨ ਨਹੀਂ ਕਹਿੰਦਾ ਕਿ ਸਾਡੇ ਪਾਪ ਦੀ ਮਜ਼ਦੂਰੀ ਮੌਤ ਹੈ? 대가는 ਅਸੀਂ ਸਵਰਗ ਵਿੱਚ ਮਾਫ ਨਾ ਕੀਤੇ ਜਾਣ ਵਾਲੇ ਪਾਪਾਂ ਦੇ ਕਾਰਨ ਮਰਨ ਲਈ ਨਿਯੁਕਤ ਹਾਂ, ਪਰ ਪਰਮੇਸ਼ਰ ਨੇ ਸਾਨੂੰ ਸਾਡੇ ਪਾਪਾਂ ਤੋਂ ਮਾਫ ਕਰ ਦਿੱਤਾ ਹੈ ਅਤੇ ਸਾਨੂੰ ਸਵਰਗ ਦੇ ਰਾਜ ਨਾਮਕ ਵਡਿਆਈ ਭਰੀ ਦੁਨੀਆ ਵਿੱਚ ਲਿਜਾ ਰਹੇ ਹਨ। 천국이라는 영화로운 세계로 ਇਸ ਲਈ ਇਸ ਧਰਤੀ ਉੱਤੇ ਰਹਿੰਦੇ ਹੋਏ ਅਸੀਂ ਕਦੇ ਵੀ ਛੋਟੀਆਂ ਅਸੁਵਿਧਾਵਾਂ ਅਤੇ ਹਾਲਾਤਾਂ ਦੇ ਕਾਰਨ 내 생각과 조금만 ਜਿੱਥੇ ਸਾਡੇ ਵਿਚਾਰ ਅਤੇ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਹੈ, ਪਰਮੇਸ਼ਰ ਦੁਆਰਾ ਸਾਡੇ ਲਈ ਤਿਆਰ ਕੀਤੇ ਗਏ ਸ਼ਾਨਦਾਰ ਅਹੁਦੇ ਨੂੰ ਹਲਕੇ ਵਿੱਚ ਲੈਂਦੇ ਹੋਏ ਸੱਚਾਈ ਅਤੇ ਸਵਰਗ ਦੇ ਰਾਜ ਨੂੰ ਛੱਡਣ ਦੀ ਮੂਰਖਤਾ ਨਹੀਂ ਕਰਨੀ ਚਾਹੀਦੀ। 자리를 영광스럽게 여기지 못하는 ਇਸ ਲਈ ਬਾਈਬਲ ਕੀ ਕਹਿੰਦੀ ਹੈ 삶은 우리가 잘 ਕਿ ਸਾਨੂੰ ਕੀ ਕਰਨਾ ਚਾਹੀਦਾ ਹੈ? 그래서 어떻게 하라고 했습니까? ਇਹ ਕਹਿੰਦੀ ਹੈ ਹਰ ਹਾਲ ਵਿੱਚ ਧੰਨਵਾਦ ਕਰੋ, ਜਿਸ ਦਾ ਅਭਿਆਸ ਕਰਨਾ ਆਸਾਨ ਗੱਲ ਨਹੀਂ ਹੈ। ਫਿਰ ਵੀ ਸਾਨੂੰ ਹਰ ਗੱਲ ਵਿੱਚ ਧੰਨਵਾਦ ਦੇਣ ਵਾਲੇ ਵਿਸ਼ਵਾਸ ਦੇ ਪੱਧਰ ਤੱਕ ਪਹੁੰਚਣ ਵਿੱਚ ਸਫਲ ਹੋਣਾ ਚਾਹੀਦਾ ਹੈ। ਅਜਿਹਾ ਕਰਨ ਲਈ ਸਾਨੂੰ ਕਿਸੇ ਵੀ ਹਾਲਾਤਾਂ ਵਿੱਚ ਸ਼ੁਕਰਗੁਜ਼ਾਰ ਹੋਣ ਲਈ ਚੀਜ਼ਾਂ ਦੀ ਖੋਜ ਕਰਨੀ ਚਾਹੀਦੀ ਹੈ। 저런 곳에서도 감사할 부분을 ਪਰਮੇਸ਼ਰ ਨੇ ਸਾਨੂੰ ਅਜਿਹਾ ਕੁਝ ਵੀ ਨਹੀਂ ਦਿੱਤਾ ਹੈ ਜਿਸ ਬਾਰੇ ਸਾਨੂੰ ਬੁੜਬੁੜਾਉਣਾ ਚਾਹੀਦਾ ਹੈ। 우리에게 제공하시는 분이 아닙니다. ਸਾਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਪਰਮੇਸ਼ਰ ਨੇ ਸਾਨੂੰ ਜੋ ਕੁਝ ਵੀ ਦਿੱਤਾ ਹੈ ਉਹ ਸਾਡੇ ਲਈ ਹੈ। 우리의 어떤 미래를 위해 ਪਰਮੇਸ਼ਰ ਨੇ ਸਾਡੇ ਭਵਿੱਖ ਲਈ ਕੁਝ ਤਿਆਰ ਕੀਤਾ ਅਤੇ ਆਪਣੇ ਬਲੀਦਾਨ ਦੁਆਰਾ ਸਾਡੀ ਉਸ ਰਸਤੇ ਉੱਤੇ ਅਗਵਾਈ ਕੀਤੀ ਤਾਂ ਜੋ ਅੰਤ ਵਿੱਚ ਸਾਡਾ ਭਲਾ ਹੋਵੇ। ਭਾਵੇਂ ਸਾਨੂੰ ਹੁਣ ਇਸ ਦਾ ਅਹਿਸਾਸ ਨਹੀਂ ਹੈ, ਪਰ ਉਹ ਸਮਾਂ ਆਵੇਗਾ ਜਦੋਂ ਅਸੀਂ ਸਾਰੇ ਇਸ ਨੂੰ ਸਮਝਾਂਗੇ 알게 될 날이 ਕਿ ਯੀਸ਼ੂ ਨੇ ਸਾਨੂੰ ਅਜਿਹੀ ਸਿੱਖਿਆ ਨਹੀਂ ਦਿੱਤੀ। ਉਹਨਾਂ ਨੇ ਕਿਹਾ, ਜੋ ਮੈਂ ਕਰਦਾ ਹਾਂ ਤੂੰ ਉਸ ਨੂੰ ਅਜੇ ਨਹੀਂ ਜਾਣਦਾ, ਪਰ ਇਸ ਤੋਂ ਬਾਅਦ ਸਮਝੇਗਾ। ਸਾਰੇ ਲੋਕੋ, ਪਰਮੇਸ਼ਰ ਸਾਡੇ ਪਿਤਾ ਅਤੇ ਮਾਤਾ ਹਨ। 오시고 우리 어머니십니다. ਕੀ ਕੋਈ ਪਿਤਾ ਜਾਂ ਮਾਤਾ ਹੈ ਜੋ ਚਾਹੁੰਦੇ ਹੋਣ ਕਿ ਉਹਨਾਂ ਦੇ ਬੱਚੇ ਭਟਕ ਜਾਣ 자녀들의 ਅਤੇ ਭਵਿੱਖ ਵਿੱਚ ਇੱਕ ਭਿਆਨਕ ਜੀਵਨ ਜਿਉਣ? 바라시는 그런 아버지 ਇੱਕ 어머니 ਪਿਤਾ ਜਾਂ ਮਾਤਾ ਕਿੰਨੇ ਹੀ ਦੁਸ਼ਟ ਕਿਉਂ ਨਾ ਹੋਣ, ਕੋਈ ਵੀ ਪਿਤਾ ਤੇ ਮਾਤਾ ਨਹੀਂ ਹੈ ਜੋ ਚਾਹੁੰਦਾ ਹੈ ਕਿ ਉਹਨਾਂ ਦੇ ਬੱਚੇ ਇਸ ਤਰ੍ਹਾਂ ਨਾਲ ਦੁਖੀ ਹੋਣ। 아버지 어머니는 없습니다.
ਫਿਰ ਸਾਡੇ ਸਵਰਗੀ ਪਿਤਾ ਅਤੇ ਮਾਤਾ ਬਾਰੇ ਕੀ, ਜੋ ਧਰਮੀ, ਵਡਿਆਈਯੋਗ ਅਤੇ ਪਵਿੱਤਰ ਹਨ। 아버지 어머니십니다. ਸਾਨੂੰ ਸੋਚਣਾ ਚਾਹੀਦਾ ਹੈ ਉਹ ਸਾਡੇ ਲਈ ਇਸ ਧਰਤੀ ਉੱਤੇ ਆਏ ਹਨ, ਉਹ ਸਾਡੇ ਲਈ ਬਲੀਦਾਨ ਦੇ ਰਸਤੇ ਉੱਤੇ ਚੱਲ ਰਹੇ ਹਨ। ਉਹਨਾਂ ਨੇ ਸਾਨੂੰ ਬਚਾਉਣ ਲਈ ਅਜਿਹਾ ਕਿਰਪਾਪੂਰਨ ਫੈਸਲਾ ਲਿਆ ਹੈ। 우리 위해서 ਉਹਨਾਂ ਨੇ ਜੋ ਵੀ ਫੈਸਲਾ ਲਿਆ ਹੈ ਉਹ ਸਾਡੇ ਲਈ ਹੈ। 주셨구나. ਸਾਨੂੰ ਇਸ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। 내려주셨구나. ਜੇਕਰ ਅਸੀਂ ਇਸ ਉੱਤੇ ਵਿਸ਼ਵਾਸ ਨਹੀਂ ਕਰਦੇ ਤਦ ਅਸੀਂ ਹਮੇਸ਼ਾ ਇਸਰਾਈਲੀਆਂ ਵਾਂਗ ਬੁੜਬੁੜਾਵਾਂਗੇ ਅਤੇ ਸ਼ਿਕਾਇਤ ਕਰਾਂਗੇ, 불평이 생기고 ਜਿਨ੍ਹਾਂ ਨੇ ਕਿਹਾ ਪਰਮੇਸ਼ਰ ਸਾਨੂੰ ਇੱਕ ਆਸਾਨ ਅਤੇ ਸਿੱਧੇ ਰਸਤੇ ਦੀ ਬਜਾਏ ਇੱਕ ਲੰਬੇ ਅਤੇ ਚੁਣੌਤੀਪੂਰਨ ਰਸਤੇ ਤੋਂ ਕਨਾਨ ਦੇਸ਼ ਵਿੱਚ ਕਿਉਂ ਲਿਜਾ ਰਹੇ ਹਨ। 길을 ਉਹਨਾਂ ਨੇ ਆਪਣੀ ਪੂਰੀ ਯਾਤਰਾ ਦੌਰਾਨ ਹਮੇਸ਼ਾ ਸ਼ਿਕਾਇਤ ਕੀਤੀ। ਜਦੋਂ ਉਹਨਾਂ ਨੂੰ ਥੋੜੀ ਜਿਹੀ ਪਿਆਸ ਲੱਗੀ ਤਦ ਉਹਨਾਂ ਨੇ ਸ਼ਿਕਾਇਤ ਕੀਤੀ, ਤੂੰ ਸਾਨੂੰ ਅਜਿਹੇ ਦੇਸ਼ ਵਿੱਚ ਕਿਉਂ ਲੈ ਗਿਆ ਜਿੱਥੇ ਪਾਣੀ ਨਹੀਂ ਹੈ। 조금만 ਜਦੋਂ ਵੀ ਉਹਨਾਂ ਨੂੰ ਥੋੜੀ ਜਿਹੀ ਭੁੱਖ ਲੱਗਦੀ ਸੀ ਜਾਂ ਉਹਨਾਂ ਦਾ ਭੋਜਨ ਸਮਾਪਤ ਹੋ ਜਾਂਦਾ ਸੀ, 먹는 것 ਉਹ ਫਿਰ ਤੋਂ ਸ਼ਿਕਾਇਤ ਕਰਦੇ ਸੀ। ਇਸ ਲਈ ਪਰਮੇਸ਼ਰ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ। 뭐라고 했습니까? ਆਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ, ਜੋ ਉਹ ਨਾ ਬੀਜਦੇ ਨਾ ਵੱਢਦੇ ਹਨ ਅਤੇ ਨਾ ਭੜੋਲੀਆਂ ਵਿੱਚ ਇਕੱਠੇ ਕਰਦੇ ਹਨ, 모아들이지도 ਅਰ ਤੁਹਾਡਾ ਸਵਰਗੀ ਪਿਤਾ ਉਹਨਾਂ ਦੀ ਪਿਰਤਪਾਲ ਕਰਦਾ ਹੈ। 하고 기르시지 않더냐. ਪੰਛੀਆਂ ਕੋਲ ਨਾ ਤਾਂ ਕੋਠਾ ਹੁੰਦਾ ਹੈ ਅਤੇ ਨਾ ਹੀ ਉਹ ਖੇਤੀ ਕਰਨਾ ਜਾਣਦੇ ਹਨ। ਪਰ ਪਰਮੇਸ਼ਰ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਉਹ ਅੱਜ ਤੱਕ ਕਿਵੇਂ ਖੁਸ਼ਹਾਲ ਹੋਏ, ਕਿ ਇਸ ਲਈ ਨਹੀਂ ਕਿਉਂਕਿ ਮੈਂ ਉਹਨਾਂ ਸਾਰਿਆਂ ਨੂੰ ਖਿਲਾਉਂਦਾ ਹਾਂ। 먹이지 않느냐 말이야. ਫਿਰ ਤੁਹਾਡੇ ਬਾਰੇ ਕੀ, 너희일까 보냐. ਮੇਰੇ ਲਈ 내게 있어서 ਤੁਸੀਂ ਆਕਾਸ਼ ਦੇ ਪੰਛੀਆਂ, ਸਮੁੰਦਰ ਦੀਆਂ ਮੱਛੀਆਂ ਅਤੇ ਮੈਦਾਨ ਵਿੱਚ ਦੌੜਨ ਵਾਲੇ ਪਸ਼ੂਆਂ ਤੋਂ ਜ਼ਿਆਦਾ ਕੀਮਤੀ ਹੋ। 뛰어다니는 짐승보다도 더 ਤੁਸੀਂ 귀한 ਪੂਰੀ ਦੁਨੀਆ ਤੋਂ ਜ਼ਿਆਦਾ ਕੀਮਤੀ ਹੋ। 보다도 더 귀한 너희들이 ਫਿਰ ਕੀ ਮੈਂ ਤੁਹਾਡੀ ਦੇਖਭਾਲ ਨਹੀਂ ਕਰਾਂਗਾ। 어찌 관심을 두지 않겠느냐 말이야. ਪਰਮੇਸ਼ਰ ਇਹ ਕਹਿੰਦੇ ਹੋਏ ਦੁਖੀ ਹਨ, ਹੇ ਨਿਰਬਲ ਵਿਸ਼ਵਾਸੀ, ਤੁਸੀਂ ਥੋੜੇ ਵਿਸ਼ਵਾਸ ਦੇ ਹੋ। 하십니다. ਜਦੋਂ ਅਸੀਂ ਇਸ ਧਰਤੀ ਉੱਤੇ ਰਹਿ ਰਹੇ ਹਾਂ ਤਦ ਕੁਝ ਸੰਤਾਨਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਪਰਮੇਸ਼ਰ ਨੂੰ ਕਠੋਰਤਾ ਨਾਲ ਪਾਲਣ ਦੀ ਜ਼ਰੂਰਤ ਹੈ ਅਤੇ ਹੋਰ ਸੰਤਾਨਾਂ ਵੀ ਹੈ ਜਿਨ੍ਹਾਂ ਨੂੰ ਕੋਮਲਤਾ ਨਾਲ ਪਾਲਣ ਦੀ ਜ਼ਰੂਰਤ ਹੈ। 이렇게 해야 될 자녀들이 있습니다. ਅਸੀਂ ਇਹ ਨਹੀਂ ਜਾਣਦੇ, ਇਹ ਪਰਮੇਸ਼ਰ ਦੇ ਪ੍ਰਬੰਧ ਵਿੱਚ ਪਾਇਆ ਜਾਂਦਾ ਹੈ ਜਿਸ ਨੂੰ ਸਿਰਫ ਪਰਮੇਸ਼ਰ ਹੀ ਜਾਣਦੇ ਹਨ। ਸਿਰਫ ਪਰਮੇਸ਼ਰ ਹੀ ਜਾਣਦੇ ਹਨ ਕਿ ਕਿਸ ਸੰਤਾਨ ਨੂੰ ਨਾਜ਼ੁਕ ਤਰੀਕੇ ਨਾਲ ਪਾਲਣ ਦੀ ਜ਼ਰੂਰਤ ਹੈ ਅਤੇ ਕਿਸ ਸੰਤਾਨ ਨੂੰ ਕਠੋਰ ਤਰੀਕੇ ਨਾਲ ਪਾਲਣ ਦੀ ਜ਼ਰੂਰਤ ਹੈ। 그래서 우리 ਇਸ ਲਈ ਉਸ ਵਾਤਾਵਰਣ ਜਾਂ ਪਰਿਸਥਿਤੀਆਂ ਦੇ ਸਾਹਮਣੇ ਜੋ ਸਾਨੂੰ ਦਿੱਤੀਆਂ ਗਈਆਂ ਹਨ ਨਿਰਾਸ਼ ਨਾ ਹੋਵੋ ਜਾਂ ਨਾ ਚੁੱਕੋ। 이런 것에 ਇਸ ਦੇ ਬਜਾਏ ਸਾਨੂੰ ਇਹ ਸੋਚਣਾ ਚਾਹੀਦਾ ਹੈ 불하지 ਸਾਡੇ ਪਰਮੇਸ਼ਰ ਹਮੇਸ਼ਾ ਸਾਡੇ ਨਾਲ ਹਨ ਅਤੇ ਉਹ ਹਮੇਸ਼ਾ ਸਾਡੀ ਮਦਦ ਕਰ ਰਹੇ ਹਨ। 바울도 ਕਿ ਰਸੂਲ ਪੌਲਸ ਨੇ ਪਰਮੇਸ਼ਰ ਨੂੰ ਧੰਨਵਾਦ ਨਹੀਂ ਦਿੱਤਾ, ਭਾਵੇਂ ਉਸਨੇ ਕਈ ਵਾਰ 39 ਕੋੜੇ ਖਾਦੇ। 버리지 않습니다. ਉਸਨੇ ਕਿਹਾ ਤੁਹਾਨੂੰ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ, 39 ਕੋੜੇ ਖਾਣਾ ਕੁਝ ਵੀ ਨਹੀਂ ਹੈ। 아니다 말이죠. ਮੈਂ ਸਰੀਰ ਦਾ ਉਹ ਅੰਗ ਹਾਂ 양육 ਜਿਸ ਨੂੰ ਮੁਸ਼ਕਿਲਾਂ ਦੁਆਰਾ ਵਧਾਏ ਜਾਣ ਦੀ ਜ਼ਰੂਰਤ ਹੈ, 이런 거친 ਪਰ ਅਜਿਹੇ ਮੈਂਬਰ ਹਨ ਜਿਨ੍ਹਾਂ ਨੂੰ ਕਮਜ਼ੋਰੀ ਨਾਲ ਵਧਾਏ ਜਾਣ ਦੀ ਜ਼ਰੂਰਤ ਹੈ। ਇਸ ਲਈ ਸਾਨੂੰ ਹਮੇਸ਼ਾ ਹਰ ਹਾਲ ਵਿੱਚ ਪਰਮੇਸ਼ਰ ਨੂੰ ਧੰਨਵਾਦ ਦੇਣਾ ਚਾਹੀਦਾ ਹੈ। 줄 아는 우리가 돼야 된다. ਇਹ ਵਚਨ ਪਵਿੱਤਰ ਆਤਮਾ ਨਾਲ ਪ੍ਰੇਰਿਤ ਹੋ ਕੇ ਲਿਖੀ ਗਈ ਬਾਈਬਲ ਵਿੱਚ ਦਰਜ ਕੀਤੇ ਗਏ ਹਨ। 그렇게 기록되어 있습니다. ਆਓ ਅਸੀਂ ਪਹਿਲਾ ਥੈਸਲੋਨੀਕੀਆ ਅਧਿਆਇ 2 ਉੱਤੇ ਜਾਈਏ। 한 말씀만 더 찾아보도록. ਸਾਨੂੰ ਕਿਸ ਪ੍ਰਤੀ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। 하나님이 누구실까? ਸਾਨੂੰ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਪ੍ਰਤੀ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਸਾਨੂੰ ਪਾਪੀਆਂ ਨੂੰ ਬਚਾਇਆ ਹੈ ਜੋ ਮਰਨ ਲਈ ਨਿਯੁਕਤ ਸੀ 으로 돌아올 수 있도록 ਅਤੇ ਸਾਨੂੰ ਦੀਪਕ ਸਵਰਗ ਦੇ ਰਾਜ ਵਿੱਚ ਲਿਜਾ ਰਹੇ ਹਨ। 하늘 아버지 ਆਤਮਿਕ ਦ੍ਰਿਸ਼ਟੀਕੋਣ ਤੋਂ ਧਰਤੀ ਉੱਤੇ ਜੋ ਕੁਝ ਵੀ ਹੋ ਰਿਹਾ ਹੈ ਅਤੇ ਸਾਡੇ ਆਲੇ ਦੁਆਲੇ ਦੇ ਲੋਕ ਜੋ ਸਾਡੀ ਸਹਾਇਤਾ ਕਰ ਰਹੇ ਹਨ, ਉਹਨਾਂ ਨੂੰ ਪਰਮੇਸ਼ਰ ਨੇ ਭੇਜਿਆ ਹੈ, ਉਹ ਪਰਮੇਸ਼ਰ ਦੁਆਰਾ ਸੌਂਪੀ ਗਈ ਭੂਮਿਕਾ ਨਿਭਾ ਰਹੇ ਹਨ। ਆਓ ਪਹਿਲਾ ਥੈਸਲੋਨੀਕੀਆ ਅਧਿਆਇ 2 ਵਚਨ 10 ਉੱਤੇ ਇੱਕ ਨਜ਼ਰ ਪਾਈਏ। ਤੁਸੀਂ ਸਾਖੀ ਹੋ, ਨਾਲੇ ਪਰਮੇਸ਼ਰ ਵੀ, ਜੋ ਕਿ ਹੀ ਪਵਿੱਤਰਤਾਈ ਅਤੇ ਧਰਮ ਅਤੇ ਨਿਰਦੋਸ਼ਨਾ ਸਹਿਤ ਤੁਸਾਂ ਨਿਸ਼ਚਾਵਾਨ ਨਾਲ ਸਾਡਾ ਵਰਤਾਵਾ ਸੀ, ਜੋ ਤੁਸੀਂ ਜਾਣਦੇ ਹੋ ਭਾਈ, ਜਿਵੇਂ ਪਿਤਾ ਆਪਣੇ ਬਾਲਕਾਂ ਨੂੰ, ਤਿਵੇਂ ਅਸੀਂ ਤੁਹਾਡੇ ਵਿੱਚ ਇੱਕ ਇੱਕ ਨੂੰ ਕਿਵੇਂ ਉਪਦੇਸ਼ ਅਤੇ ਦਿਲਾਸਾ ਦਿੰਦੇ ਅਤੇ ਸਮਝਾਉਂਦੇ ਹਾਂ, 경계하노니 ਜੋ ਤੁਸੀਂ ਪਰਮੇਸ਼ਰ ਦੇ ਜੋਗ ਚਾਲ ਚੱਲੋ, ਜਿਹੜਾ ਤੁਹਾਨੂੰ ਆਪਣੇ ਰਾਜ ਅਤੇ ਤੇਜ ਵਿੱਚ ਸੱਦਦਾ ਹੈ। 합당히 ਇਸ ਕਾਰਨ ਸਾਨੂੰ ਵੀ ਕੀ ਕਰਨਾ ਚਾਹੀਦਾ ਹੈ? ਅਸੀਂ ਵੀ ਨਿਤ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਭਾਈ, ਜਦ ਤੁਹਾਨੂੰ ਪਰਮੇਸ਼ਰ ਦਾ ਸੁਣਿਆ ਹੋਇਆ ਵਚਨ ਸਾਤੋਂ ਮਿਲਿਆ ਤਾਂ ਉਹਨੂੰ ਮਨੁੱਖ ਦਾ ਵਚਨ ਕਰਕੇ ਨਹੀਂ, ਸਗੋਂ ਜਿਵੇਂ ਉਹ ਸੱਚੀ ਮੁੱਚੀ ਹੈ, ਪਰਮੇਸ਼ਰ ਦਾ ਵਚਨ ਕਰਕੇ ਕਬੂਲ ਕੀਤਾ। 그 모든 것이 ਇਹ ਕਿਹਾ ਗਿਆ ਹੈ ਪਰਮੇਸ਼ਰ ਦਾ ਵਚਨ ਪ੍ਰਭਾਵਸ਼ਾਲੀ ਹੈ। 이렇게 다 되게 될 것이다 말이야. ਤਦ
ਕਿ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਿੱਚ ਇਹ ਨਹੀਂ ਲਿਖਿਆ ਹੈ ਕਿ ਪਰਮੇਸ਼ਰ ਮੌਤ ਦਾ ਨਾਸ਼ ਕਰਨਗੇ, ਦੁੱਖ ਨੂੰ ਦੂਰ ਕਰਨਗੇ ਅਤੇ ਸਾਨੂੰ ਸਵਰਗ ਦੀ ਵਡਿਆਈ ਰਾਜੀ ਦੇਣਗੇ ਜਿੱਥੇ ਕੋਈ ਦਰਦ ਨਹੀਂ ਹੈ। 22장에 가서 보면 ਅਧਿਆਇ 22 ਵਿੱਚ ਕੀ ਇਹ ਵੀ ਨਹੀਂ ਲਿਖਿਆ ਹੈ ਕਿ ਪਰਮੇਸ਼ਰ ਜੁਗੋ ਜੁਗ ਰਾਜ ਕਰਨ ਦੀ ਵਡਿਆਈ ਵੱਲ ਸਾਡੀ ਅਗਵਾਈ ਕਰਨਗੇ? 하지 않았습니까? ਪਰ 근데 ਪ੍ਰਕਾਸ਼ ਦੀ ਪੋਥੀ ਵਿੱਚ ਕੀ ਲਿਖਿਆ ਹੈ? 20장에는 보면 어떤 문제가 나오느냐 하면 ਸ਼ੈਤਾਨ ਅਤੇ ਝੂਠੇ ਨਬੀ ਦਾ ਦਿਨ ਰਾਤ 거짓 선지자 ਹਮੇਸ਼ਾ ਲਈ ਕੀ ਹੋਣ ਵਾਲਾ ਹੈ? 한나도 없이 어떻게 된다고요? ਇਹ ਲਿਖਿਆ ਹੈ ਕਿ ਉਹਨਾਂ ਨੂੰ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਜਾਵੇਗਾ ਅਤੇ ਉਹ ਸਦੀਪਕ ਕਾਲ ਤੱਕ ਤੜਪਦੇ ਰਹਿਣਗੇ। 있지 않습니까? ਉਸ ਦੁੱਖ ਦੀ ਜਗ੍ਹਾ ਉੱਤੇ ਮੂਲ ਰੂਪ ਨਾਲ ਕਿਸ ਨੂੰ ਜਾਣਾ ਚਾਹੀਦਾ ਹੈ? ਉਹ ਅਸੀਂ ਸੀ ਜੋ ਉੱਥੇ ਜਾਣ ਵਾਲੇ ਸੀ। 근데 거기서 ਪਰ 건져 주시고 ਪਰਮੇਸ਼ਰ ਨੇ ਸਾਨੂੰ ਉਸ ਰਸਤੇ ਤੋਂ ਛੁਡਾਇਆ ਅਤੇ ਸਾਨੂੰ ਉਸ ਤਰ੍ਹਾਂ ਦੇ ਦੁੱਖ ਤੋਂ ਮੁਕਤ ਕੀਤਾ। 방식에 주신 ਸਿਰਫ ਇਸ ਵਜ੍ਹਾ ਤੋਂ 하나님께 ਸਾਨੂੰ ਹਰ ਹਾਲ ਵਿੱਚ ਪਰਮੇਸ਼ਰ ਨੂੰ ਧੰਨਵਾਦ ਕਰਨਾ ਚਾਹੀਦਾ ਹੈ। 그런 여러분들과 저라고 볼 수 있겠습니다. ਸਾਡੀ ਅੰਤਮ ਮੰਜ਼ਿਲ ਇਹ ਧਰਤੀ ਨਹੀਂ ਬਲਕਿ ਸਦੀਪਕ ਸਵਰਗ ਦਾ ਰਾਜ ਹੈ। 이게 아니고 장착할 ਆਓ ਅਸੀਂ ਇਸ ਧਰਤੀ ਉੱਤੇ ਪਰਮੇਸ਼ਰ ਪ੍ਰਤੀ ਜ਼ਿਆਦਾ ਸ਼ੁਕਰਗੁਜ਼ਾਰੀ ਨਾਲ ਰਹੀਏ 할 수 있도록 ਤਦ ਜੋ ਅਸੀਂ ਸੁਰੱਖਿਅਤ ਰੂਪ ਨਾਲ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕੀਏ। 여러분과 저가 됩시다. ਜਦੋਂ ਤੱਕ ਅਸੀਂ ਇਸ ਧਰਤੀ ਉੱਤੇ ਰਹਾਂਗੇ ਉਦੋਂ ਤੱਕ ਕਈ ਅਸੁਵਿਧਾਵਾਂ ਹੋਣਗੀਆਂ ਅਤੇ ਬਹੁਤ ਸਾਰੀਆਂ ਚੀਜ਼ਾਂ ਜੋ ਸਾਡੀ ਇੱਛਾ ਅਨੁਸਾਰ ਨਹੀਂ ਹੋਣਗੀਆਂ। 많이 있을 것입니다. ਪਰ ਅੰਤ ਵਿੱਚ ਅਸੀਂ ਜੋ ਚਾਹੁੰਦੇ ਹਾਂ ਭਾਵੇਂ ਉਸ ਨੂੰ ਪ੍ਰਾਪਤ ਨਾ ਕਰੀਏ ਜਾਂ ਅਸੀਂ ਚਾਹੁੰਦੇ ਹਾਂ ਉਸ ਨੂੰ ਪ੍ਰਾਪਤ ਕਰੀਏ ਜਾਂ ਭਾਵੇਂ ਅਸੀਂ ਥੋੜੀ ਮੁਸ਼ਕਿਲਾਂ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਤੋਂ ਪ੍ਰਾਪਤ ਕਰੀਏ ਜਾਂ ਅੰਸ਼ਕ ਰੂਪ ਨਾਲ ਪ੍ਰਾਪਤ ਕਰੀਏ, ਸਾਡੀ ਅੰਤਿਮ ਮੰਜ਼ਿਲ ਉਹੀ ਹੋਵੇਗੀ। 다가 그 후에 안 이루어진 사람이나 ਅਸੀਂ ਅਨੇਕ ਅਤੇ ਵੱਖ-ਵੱਖ ਹਾਲਾਤਾਂ ਵਿਚਕਾਰ ਹਾਂ। 돼 있다 할지라도 그 과정 ਅੰਤ ਵਿੱਚ ਅਸੀਂ ਕਿੱਥੇ ਹੋਵਾਂਗੇ? 결국은 우리는 어디 가 ਅਸੀਂ ਸਾਰੇ ਸਵਰਗ ਦੇ ਰਾਜ ਵਿੱਚ ਹੋਵਾਂਗੇ। 천국에 다 가 있습니다. ਮੈਨੂੰ ਆਸ ਹੈ ਕਿ ਅਸੀਂ ਸਾਰੇ ਸਾਨੂੰ ਅਜਿਹੀ ਕਿਰਪਾ ਦੇਣ ਅਤੇ ਸਾਨੂੰ ਬੁਲਾਉਣ ਲਈ ਆਪਣੀ ਬਾਕੀ ਜੀਵਨ ਵਿੱਚ ਹਮੇਸ਼ਾ ਸਵਰਗੀ ਪਿਤਾ ਅਤੇ ਮਾਤਾ ਜੀ ਨੂੰ ਧੰਨਵਾਦ ਅਤੇ ਵਡਿਆਈ ਦੇਵਾਂਗੇ। 여러분과 제가 꼭 되게 ਤੁਹਾਡਾ ਬਹੁਤ ਬਹੁਤ ਧੰਨਵਾਦ। 하도록 합니다. 감사합니다.